ਦੀ ਜ਼ਰੂਰਤ ਹੈ। ਕਿਸੇ ਜ਼ਮਾਨੇ ਦੇ ਵਿੱਚ ਕੀ ਬਲਕਿ ਸ਼ਾਇਦ ਹੁਣ ਤੱਕ ਵੀ ਇਹ ਰੂਟੀਨ ਸੀ ਕਿ ਜਦੋਂ ਕੱਚਾ ਪੱਕਾ ਸਾਡਾ ਰਬਾ ਸ਼ਹਿਰ ਆਬਾਦ ਹੋਇਆ ਤਾਂ ਉਹਦੇ ਜਿਹੜੇ ਦਫ਼ਤਰਾਂ ਦੇ ਵਿੱਚ ਕੰਮ ਕਰਨ ਵਾਲੇ ਸਨ, ਸਟਾਫ ਸੀ ਰੈਗੂਲਰ ਜਮਾਤੀ ਇਦਾਰਿਆਂ ਦਾ, ਉਹਨਾਂ ਦੀ ਇੱਕ ਹੁੰਦਾ ਸੀ ਕਿ ਸਾਲ ਦੇ ਵਿੱਚ ਉਹਨਾਂ ਨੂੰ ਗੰਦਮ ਇਕੱਠੀ ਖਰੀਦਦਾਰੀ ਕਰਕੇ ਪ੍ਰੋਵਾਈਡ ਕਰ ਦਿੱਤੀ ਜਾਂਦੀ ਸੀ ਫੀ ਕਸ ਦੇ ਹਿਸਾਬ ਨਾਲ। ਔਰ ਤੁਸੀਂ ਅੱਜ ਵੀ ਵੇਖ ਲਓ ਕਿ ਅਗਰ ਤੁਹਾਨੂੰ ਇਹ ਪਤਾ ਹੈ ਕਿ ਢਿੱਡ ਭਰਨ ਵਾਸਤੇ ਰੋਟੀ ਮੌਜੂਦ ਹੈ ਅਤੇ ਫਿਰ ਉਹਦੇ ਲਵਾਜ਼ਮਾਤ ਜਿਹੜੇ ਨੇ ਉਹਨਾਂ ਦੇ ਉੱਤੇ ਕੰਪਰੋਮਾਈਜ਼ ਹੋ ਸਕਦਾ। ਲੇਕਿਨ ਜਦੋਂ ਬੁਨਿਆਦੀ ਚੀਜ਼ ਅਵੇਲੇਬਲ ਨਹੀਂ ਅਤੇ ਲਵਾਜ਼ਮਾਤ ਦੀ ਉੱਥੇ ਬਹਿਸ ਹੀ ਕਿਹੜੀ। ਪੜੋਲੇ ਦੇ ਉੱਤੇ ਮੈਂ ਅਰਜ਼ ਕੀਤੀ ਸੀ ਕਿ ਪੜੋਲਾ ਇੱਕ ਸਿਕਿਉਰਿਟੀ ਸੀ, ਇੱਕ ਐਸੀ ਤਰਜੀਹ ਸੀ ਕਿ ਉਸ ਤਰਜੀਹ ਦੇ ਉੱਤੇ ਬੁਨਿਆਦ ਰੱਖ ਕੇ ਅਤੇ ਤੁਸੀਂ ਛੋਟੇ ਫੈਮਿਲੀ ਸਟਰਕਚਰ ਦੀ ਰੋਜ਼ਮर्रा ਦੀ ਜਿਹੜੀ ਖਾਣ ਪੀਣ ਦੀ ਜ਼ਰੂਰਤ ਹੈ ਉਹਦੀ ਇੱਕ ਤਰ੍ਹਾਂ ਦੀ ਗਾਰੰਟੀ ਔਰ ਜ਼ਮਾਨਤ ਸੀ। ਪਤਾ ਨਹੀਂ ਕਦੋਂ ਸੁਸਾਇਟੀ ਉਸ ਪਾਸੇ ਵਾਪਸ ਜਾਏਗੀ, ਲੇਕਿਨ ਪੜੋਲਾ ਘਰੋਂ ਕੱਢ ਕੇ ਅਤੇ ਕਣਕ ਹੁਣ ਤੁਹਾਨੂੰ ਰਸ਼ੀਆ ਤੋਂ ਮੰਗਵਾਉਣੀ ਪੈ ਰਹੀ ਹੈ। ਅਗਰ ਪੜੋਲੇ ਨੂੰ ਤੁਸੀਂ ਜਗ੍ਹਾ ਦੇ ਦਿੰਦੇ ਘਰ, ਜਿਸ ਤਰ੍ਹਾਂ ਤੁਸੀਂ ਹੁਣ ਮੈਨੂੰ ਉੱਥੇ ਪਿੰਡੀ ਕਿਸੇ ਦੋਸਤ ਨੇ ਜਦੋਂ ਹੁੰਦੇ ਸਨ, ਸਰ ਸੈਦ ਖਿਆਬਾਨ ਸਰ ਸੈਦ 'ਚ ਉਹਨੇ ਘਰ ਬਣਾਇਆ ਅਤੇ ਉਹ ਜਿਵੇਂ ਦਾਵਤ ਦਿੱਤੀ, ਲਓ ਜੀ ਘਰ ਮੈਂ ਬਣਾਇਆ ਅਤੇ ਆਓ ਜੀ, ਅਤੇ ਅਸੀਂ ਵੇਖਣ ਗਏ ਬੈਠੇ, ਉਹਨੇ ਸਾਰਾ ਕੋਈ 13-14 ਬੈਡਰੂਮ ਦੇ ਥੱਲੇ ਜੀ ਇਹ 3 ਮੰਜ਼ਲਾ ਸੀ ਅਤੇ ਜਿਸ ਵੇਲੇ ਥੱਲੇ ਆ ਕੇ ਬੈਠੇ ਹਾਂ ਚਾਹ ਸ਼ਾਹ ਪੀ ਰਹੇ ਹਨ ਅਤੇ ਉਹ ਬੜਾ ਢੋਲ ਲਾ ਕੇ ਨਾ ਅਤੇ ਬਾਂਹ ਲੰਮੀ ਕਰਕੇ ਸੋਫੇ 'ਤੇ ਉਹਨੇ ਕਿਹਾ ਜੀ ਬਸ ਭੱਟੀ ਸਾਹਿਬ ਬੱਚੇ ਜਿਹੜੇ ਨਾ ਮੇਰੇ ਉਹ ਪੜ੍ਹਦੇ ਨਹੀਂ ਨੇ, ਅੱਛਾ ਤਾਲੀਮ ਦੇ ਵਿੱਚ ਇਹਨਾਂ ਨੂੰ ਕੋਈ ਅੱਛੀ ਪ੍ਰੋਗਰੈਸ ਨਹੀਂ। ਮੈਂ ਤਾਂ ਦੇਖੋ ਉਹਨਾਂ ਵਾਸਤੇ ਕੀ ਕੁਝ ਕੀਤਾ। ਮੈਂ ਆਖਿਆ ਜੀ ਉਹਨਾਂ ਨੂੰ ਜ਼ਰੂਰਤ ਕੀ ਹੈ ਪੜ੍ਹਨ ਦੀ, ਕਿਉਂ ਪੜ੍ਹਨ? ਆਖਿਆ ਜੀ ਕੀ ਮਤਲਬ? ਮੈਂ ਮਤਲਬ ਇਹ ਵੇ ਕਿ ਤੁਸੀਂ ਇਹ 3 ਮੰਜ਼ਲਾ ਘਰ ਵਿਖਾਇਆ, 13 ਬੈਡਰੂਮ ਵਿਖਾਏ ਨੇ ਤੁਸੀਂ, ਮਾਰਬਲ ਅਤੇ ਪਤਾ ਨਹੀਂ ਕੀ ਇੱਕ ਬਾਥਰੂਮ ਕਿੰਨੇ ਦੇ ਉਹਦੇ ਤੁਸੀਂ ਵਿਖਾਏ ਨੇ। ਸਾਰੇ ਘਰ 'ਚ ਅਗਰ ਨਹੀਂ ਸੀ ਤੁਹਾਡੇ 'ਚ ਕਿਤਾਬਾਂ ਵਾਲੀ ਅਲਮਾਰੀ, ਤੁਹਾਡੇ ਘਰ ਕੋਈ ਨਹੀਂ ਸੀ। ਕਿਸੇ ਜਗ੍ਹਾ 'ਤੇ ਨਾ ਡਰਾਇੰਗ ਰੂਮ ਵਿੱਚ ਨਾ ਕਿਸੇ ਬੈਡਰੂਮ ਵਿੱਚ ਬੁੱਕ ਰੈਕਸ ਨਹੀਂ ਵੇਖੇ ਤੁਹਾਡੇ ਘਰ। ਅਤੇ ਜੇ ਤੁਹਾਡੇ ਘਰ 'ਚ ਕਿਤਾਬ ਵਾਸਤੇ ਜਗ੍ਹਾ ਕੋਈ ਨਹੀਂ ਅਤੇ ਤੁਹਾਡੇ ਬੱਚਿਆਂ ਦਾ ਦਿਮਾਗ ਖਰਾਬ ਹੈ ਕਿ ਉਹ ਇਲਮ ਹਾਸਲ ਕਰਨ ਨੂੰ ਜ਼ਰੂਰਤ ਕੀ ਹੈ ਪੜ੍ਹਨ ਦੀ। ਤੁਸੀਂ ਜਿਹੜੀ ਚੀਜ਼ ਤੋਂ ਉਹਨਾਂ ਨੂੰ ਪਾਇਆ ਉਹਦੇ ਮੁਤਾਬਕ ਉਹ ਆਪੇ, ਅੱਜ ਤੁਸੀਂ ਉੱਥੇ ਰਾਜਾ ਬਾਜ਼ਾਰ ਕੰਮ ਕਰਦੇ ਹੋ, ਕੱਲ੍ਹ ਨੂੰ ਉਹ ਵੀ ਉੱਥੇ ਕੋਈ ਆਪਣੀ ਆੜਤ ਦੁਕਾਨ ਬਣਾ ਲੈਣਗੇ, ਬਸ ਗੱਲ ਖਤਮ। ਗੱਲ ਇਹ ਵੇ ਕਿ ਪੜੋਲਾ ਘਰੋਂ ਕੱਢ ਕੇ ਅਤੇ ਤੁਹਾਨੂੰ ਹੁਣ ਕਣਕਾਂ ਇੰਪੋਰਟ ਕਰਨੀਆਂ ਪੈ ਰਹੀਆਂ ਨੇ। ਦੂਸਰੇ ਨੰਬਰ 'ਤੇ ਸਾਡੇ ਉੱਥੇ ਦੋਸਤ ਨੇ ਸਾਜਿਦ ਇਕਬਾਲ ਸੰਧੂ ਐਗਰੀਕਲਚਰ ਯੂਨੀਵਰਸਿਟੀ ਦੇ, ਉਹਨਾਂ ਸਿੰਗਲ ਹੈਂਡਡਲੀ ਕਿਸੇ ਨੂੰ ਉਹ ਪਪੀਤਾ ਲਾਉਣ ਦੀ ਜਾਚ ਸਿਖਾ ਰਹੇ ਨੇ, ਕਿਸੇ ਨੂੰ ਉਹ ਦੱਸ ਰਹੇ ਨੇ ਕਿ ਤੁਸੀਂ ਟਮਾਟਰ ਕਿਸ ਤਰ੍ਹਾਂ ਮੈਕਸੀਮਮ ਫਸਲ ਲੈ ਸਕਦੇ ਹੋ। ਕਦੀ ਸਿੰਧ ਟੁਰੇ ਹੁੰਦੇ ਨੇ, ਉੱਥੇ ਜਾ ਕੇ ਦੱਸਦੇ ਨੇ ਕਿ ਕਿਸ ਤਰ੍ਹਾਂ ਫਲਦਾਰ ਅਤੇ ਕਿਹੜੇ ਦਰਖਤ ਜਿਹੜੇ ਨੇ ਉਹ ਤੁਹਾਨੂੰ ਜ਼ਿਆਦਾ ਫਾਇਦਾ ਦੇਣ ਦੇ। ਕਿਸੇ ਜਗ੍ਹਾ 'ਤੇ ਜਾ ਕੇ ਅਤੇ ਉਹ ਹਾਈਬ੍ਰਿਡ ਬੀਜਾਂ ਦਾ ਤਜਰਬਾ ਦੇ ਕੇ ਖੀਰੇ ਦੀ ਫਸਲ ਦੱਸ ਰਹੇ ਹੁੰਦੇ ਨੇ। ਅੱਜ ਹਾਲਤ ਇਹ ਹੋ ਚੁੱਕੀ ਹੈ ਕਿ ਅੱਜ ਦੇ ਪ੍ਰੋਗਰਾਮ ਵਿੱਚ ਅਗਰ ਅਸੀਂ ਫਸਲ ਦੇ ਉੱਤੇ ਗੱਲ ਕੀਤੀ ਹੈ, ਤੁਸੀਂ ਆਪਣੇ ਢਿੱਡ ਨੂੰ ਪੁੱਛ, ਆਪਣੇ ਆਪ ਨੂੰ ਪੁੱਛ ਕੇ ਵੇਖ ਲਿਆ ਜੇ, ਤੁਸੀਂ ਸਾਰੇ ਹੁਣ ਪਾ ਉਡੀਕਦੇ ਹੋ ਕਿ ਅੱਛਾ ਅੱਜ ਤਾਂ ਫਿਰ ਐਵੇਂ ਫਸਲਾਂ ਦੀ ਗੱਲ ਹੀ ਹੈ। ਯਾਨੀ ਮਸਲਾ ਜਿਹੜਾ ਲੋਕ ਭੁੱਖ ਨਾਲ ਮਰਨ ਵਾਲੇ ਸਟੇਜ 'ਤੇ ਜਾ ਚੁੱਕੇ ਨੇ। ਮਹਿੰਗਾਈ, ਰੋਟੀ 30 ਰੁਪਏ ਦੀ ਹੋ ਗਈ ਹੈ, ਲੇਕਿਨ ਸਾਡਾ ਜਨਰਲ ਜਿਹੜਾ ਮੈਂਟਲ ਐਟੀਟਿਊਡ ਹੈ ਉਹ ਇੰਝ ਤਾਂ ਬਣ ਚੁੱਕਿਆ ਕਿ ਹੁਣ ਵੀ ਪਬਲਿਕ ਦੀ ਖਾਹਿਸ਼ ਇਹ ਵੇ ਕਿ PDM 'ਤੇ ਗੱਲ ਕੀਤੀ ਜਾਏ। ਉਹ ਕਿੱਥੇ ਟੁਰ ਗਈ, ਮਰੀਮ ਕਿੱਧਰ ਟੁਰ ਗਈ ਅਤੇ ਬਿਲਾਵਲ ਕਿੱਧਰੋਂ ਆ ਗਿਆ, ਜਿਨ੍ਹਾਂ ਦਾ ਸਾਡੇ ਨਾਲ ਵਾਸਤਾ ਹੀ ਕੋਈ ਨਹੀਂ, ਜਿਨ੍ਹਾਂ ਦਾ ਸਾਡੇ ਮਸਲਿਆਂ ਨਾਲ ਜੋੜ ਹੀ ਕੋਈ ਨਹੀਂ। ਆਮ ਪਬਲਿਕ ਦੀ ਬਦਕਿਸਮਤੀ ਇੱਥੋਂ ਤੱਕ ਪਹੁੰਚ ਗਈ ਹੈ ਕਿ ਹੁਣ ਉਹ ਪਬਲਿਕ ਵੀ ਆਪਣਾ ਮਸਲਾ ਡਿਸਕਸ ਕਰਨ ਦੀ ਬਜਾਏ ਉਹ PDM ਦੇ ਅਗਲੇ ਜਲਸੇ ਵਾਸਤੇ ਆਪਣੀਆਂ ਸਮਾਤਾਂ ਟਿਊਨ ਕਰਕੇ ਬੈਠੀ ਹੈ ਟੈਲੀਵਿਜ਼ਨਾਂ 'ਤੇ, ਟਾਕ ਸ਼ੋਜ਼ 'ਤੇ। ਔਰ ਟਾਕ ਸ਼ੋਜ਼ ਵਾਲੇ ਕਿੰਨਿਆਂ ਨੂੰ ਤੁਸੀਂ ਕਦੀ ਸੁਣਿਆ ਕਿ ਇਸ ਗੱਲ ਨੂੰ ਪ੍ਰਮੋਟ ਕਰਨ ਕਿ ਅਸੀਂ ਆਪਣੇ ਸੇਨ ਦੇ ਅੰਦਰ, ਆਪਣੇ ਵਿਹੜੇ ਦੇ ਅੰਦਰ, ਆਪਣੇ ਬਿਲਕੁਲ ਇਮੀਡੀਏਟ ਵਿਸਿਨਿਟੀ ਦੇ ਵਿੱਚ ਜਿਹੜੀ ਥੋੜ੍ਹੀ ਜਿਹੀ ਜਗ੍ਹਾ ਅਵੇਲੇਬਲ ਹੋਵੇ, ਇਹ ਕਲਚਰ ਆਮ ਕਰਕੇ ਅਸੀਂ ਜਿਹੜੀ ਇਸ ਵਕਤ ਮਹਿੰਗਾਈ ਦਾ ਕਿਸੇ ਵੱਡੇ
ਵੱਡੇ ਇਕੋਨੋਮਿਸਟ ਜਿਹੜੇ ਨੇ ਉਹਨਾਂ ਨੂੰ ਤਾਂ ਤੁਸੀਂ ਵੈਸੇ ਹੀ ਦੇਸ਼ ਨਿਕਾਲਾ ਜਿਵੇਂ ਭੜੋਲੇ ਨੂੰ ਦਿੱਤਾ, ਇਸੇ ਤਰ੍ਹਾਂ ਅੱਛੀ ਸੋਚ ਨੂੰ ਵੀ ਤੁਸੀਂ ਨਾਲ ਹੀ ਠੋਕਰ ਮਾਰ ਦਿੱਤੀ ਹੈ। ਜਿਵੇਂ ਉਹ IBM ਦਾ ਉੱਥੇ ਕਰਾਚੀ ਦਾ ਬੜਾ ਵੱਡਾ ਇਦਾਰਾ, ਪਿਛਲੇ ਪ੍ਰੋਗਰਾਮ 'ਚ ਵੀ ਗੱਲ ਹੋਈ ਸੀ ਕਿ ਡਾਕਟਰ ਆਤਿਫ ਮੀਆਂ ਨੇ ਤੁਹਾਨੂੰ ਇਹੋ ਜਿਹੀਆਂ ਬੀਨਾਂ ਕੋਈ ਨਹੀਂ ਸਾਨੂੰ ਸੁਣਾਉਣੀਆਂ ਕਿ ਫਲਾਣਾ ਜੀ ਇੰਝ ਹੋ ਜਾਏ ਤਾਂ ਇਹ ਇਤਨੀਆਂ ਨੌਕਰੀਆਂ ਕ੍ਰੀਏਟ ਕਰ ਦਿਓ ਅਤੇ ਇੱਥੋਂ ਤਬਦੀਲੀ ਆ ਜਾਏਗੀ ਅਤੇ ਮੈਂ ਇਹ ਕਰ ਦਿਆਂ। ਉਹਨੇ ਤੁਹਾਨੂੰ ਹਾਰਡ ਕੋਰ ਰਿਐਲਿਟੀਜ਼ ਦੇ ਉੱਤੇ ਗੁਫ਼ਤਗੂ ਕਰਨੀ ਸੀ, ਜਿਹੜੀ ਤੁਹਾਡੀ ਸਿਚੁਏਸ਼ਨ ਨੇ, ਜਿਹੜੇ ਸਾਡੇ ਮਾਰੂਜ਼ੀ ਹਾਲਾਤ ਨੇ, ਜਿਹੜੀਆਂ ਸਾਡੀਆਂ ਓਬਜੈਕਟਿਵ ਸਾਹਮਣੇ ਟੱਚੇਬਲ ਰਿਐਲਿਟੀਜ਼ ਨੇ, ਜਿਨ੍ਹਾਂ ਨੂੰ ਹੱਥ ਲਾ ਕੇ ਵੇਖਿਆ ਜਾ ਸਕਦਾ, ਉਹ ਗੱਲ ਕਰਦਾ ਤਾਂ ਉਹਨੇ ਉਸ ਹਵਾਲੇ ਨਾਲ ਤੁਹਾਡੇ ਨਾਲ ਗੱਲ ਕਰਨੀ ਸੀ। ਉਹ ਤੁਸੀਂ ਸੁਣਦੇ ਅਤੇ ਤੁਹਾਡੇ ਇਹ ਜਿਹੜੇ ਬੀਨਾ ਸੁਣਾਉਣ ਵਾਲੇ ਨੇ ਤੁਹਾਨੂੰ ਵੰਨ-ਸੁਵੰਨੀਆਂ ਬਾਂਸਰੀਆਂ, ਉਹਨਾਂ ਦੀਆਂ ਸਾਰੀ ਦੁਕਾਨਦਾਰੀ ਉਹਨਾਂ ਦੀ ਖਰਾਬ ਹੋਣੀ ਸੀ। ਇਸ ਵਾਸਤੇ ਹੁਣ ਇਸ ਵਕਤ ਉਹ ਵਕਤ ਆਇਆ ਪਿਆ, ਜੇ ਸਾਡੇ ਜਿਹੜੇ ਆ ਪੰਜਾਬੀ ਦਾ ਪ੍ਰੋਗਰਾਮ ਸੁਣ ਕੇ ਅਤੇ ਉਹਦੇ ਤੋਂ ਰਾਏ ਕਾਇਮ ਕਰਕੇ ਜਾਂ ਉਹਦੇ ਤੋਂ ਕੋਈ ਇਨਸਾਈਟ ਲੈਣਾ ਚਾਹੁੰਦੇ ਨੇ ਨਾ, ਮੈਂ ਉਹਨਾਂ ਨੂੰ 2 ਲਫ਼ਜ਼ਾਂ 'ਚ, ਸਾਦੇ ਲਫ਼ਜ਼ਾਂ 'ਚ ਇੱਕ ਗੱਲ ਦੱਸ ਸਕਣਾ। ਪਹਿਲੀ ਗੱਲ, ਇਹ ਜਿਹੜੀ ਉਮੀਦ ਲਾ ਕੇ ਤੁਸੀਂ ਸਾਰਾ ਦਿਨ ਬੈਠੇ ਹੁੰਦੇ ਹੋ ਨਾ ਕਿ ਲਓ ਜੀ ਹੁਣ ਜਲੂਸ ਉੱਥੇ ਟੁਰ ਗਿਆ, ਹੁਣ ਅਗਲਾ ਜਲਸਾ ਉੱਥੇ ਹੋਣ ਲੱਗਾ, ਹੁਣ ਫਲਾਣਾ ਜਲਸਾ ਉੱਥੇ ਹੋਣ ਲੱਗਾ, ਹੁਣ ਫੌਜ ਨੂੰ ਇੰਝ ਕਰ ਦੇਣਾ, ਐਸਟੈਬਲਿਸ਼ਮੈਂਟ ਨੂੰ ਇੰਝ ਹੋ ਜਾਣਾ, ਇਹ ਹੋ ਜਾਣਾ, ਉਹ ਹੋ ਜਾਣਾ। ਪਹਿਲੀ ਤਾਂ ਗੱਲ ਇਹ ਵੇ ਕਿ ਐਸਟੈਬਲਿਸ਼ਮੈਂਟ ਔਰ ਫੌਜ ਦੇ ਰੂਲਿੰਗ ਕਲਾਸ ਨੂੰ ਨੰਗੀ ਲਫ਼ਜ਼ਾਂ ਦੇ ਵਿੱਚ ਥ੍ਰੈਟ ਕਰਨ ਦੇ ਬਾਅਦ ਇਹ ਹੁਣ ਖਾਲਸ ਸਿਆਸੀ ਸਿਨੈਰੀਓ ਦੀ ਗੱਲ ਜੇ। ਹੁਣ ਭੁੱਲ ਜਾਓ ਕਿ ਜਿਨ੍ਹਾਂ ਨੇ ਇੰਝ ਕਰਕੇ ਓਪਨ ਐਂਡਡਲੀ ਇਹਨਾਂ ਨੂੰ ਕਿਹਾ, ਹੁਣ ਉਹ ਸੱਪ ਦੇ ਮੂੰਹ 'ਚ ਕਿਰਲੀ ਆ ਗਈ ਹੈ। ਹੁਣ ਇਹਨਾਂ ਨੂੰ ਉਹ ਜੋ ਮਰਜ਼ੀ ਕਰ ਲੈਣ, ਇਹਨਾਂ ਨੂੰ ਉਹ ਸਾਰਾ ਸੈਟਅਪ ਵਾਪਸ ਨਹੀਂ ਦੇ ਸਕਦੇ। ਇਹ ਹੁਣ ਉਹਨਾਂ ਦੀ ਵੀ ਮਜਬੂਰੀ ਬਣ ਗਈ ਹੈ ਨਾ। ਇੱਕ ਚਾਲ ਐਸੀ ਚੱਲੀ ਜਾ ਚੁੱਕੀ ਹੈ ਨਾ, ਜੇ ਉਹਨਾਂ ਨੂੰ ਚੈੱਕਮੇਟ ਹੈ ਤਾਂ ਹੁਣ ਇਹਨਾਂ ਨੂੰ ਵੀ ਚੈੱਕਮੇਟ ਹੈ। ਦੂਜੀ ਗੱਲ ਇਹ ਵੇ ਕਿ ਤੁਹਾਡੇ ਨਾਲ ਤੁਹਾਡੇ ਗਵਾਂਢ, ਤੁਹਾਡਾ ਹਮਸਾਇਆ, ਉਹ ਅਮਰੀਕਾ ਨਾਲ ਐਸੇ ਪਿਛਲੇ 10-15 ਦਿਨਾਂ 'ਚ ਪ੍ਰੋਟੋਕੋਲ ਸਾਈਨ ਕਰ ਚੁੱਕਿਆ ਕਿ ਜਿਨ੍ਹਾਂ ਨੂੰ ਜ਼ਰਾ ਜਿਹੀ ਅਕਲ ਹੈ ਉਹਨਾਂ ਨੂੰ ਪਤਾ ਹੈ ਕਿ ਹੁਣ ਕਿਹਦੀਆਂ ਪੀਂਘਾਂ ਕਿਹਦੇ ਨਾਲ ਜ਼ਿਆਦਾ ਵੱਧ ਚੁੱਕੀਆਂ ਨੇ ਅਤੇ ਉਹਦਾ ਅਖੀਰ ਨੁਕਸਾਨ ਕਿਹਨਾਂ ਨੂੰ ਪਹੁੰਚਣਾ। ਤੀਸਰੇ ਨੰਬਰ 'ਤੇ ਇਹ ਗੱਲ ਹੈ ਕਿ ਇਹ ਜਿਨ੍ਹਾਂ ਦੀ ਨਕਲ ਮਾਰ ਦੇਣ ਨਾ ਪੈ ਕੇ ਜੇ ਅਸੀਂ ਜਮਹੂਰੀਅਤ ਅਤੇ ਆਈਨ ਦੀ ਬਾਲਾਦਸਤੀ ਵਾਸਤੇ ਤਹਿਰੀਕ ਚੱਲ ਗਈ ਹੈ, ਉਹ ਕੌਮਾਂ ਆਪਣੇ ਅਫਰਾਦ, ਉਹਨਾਂ ਦੀ ਰੋਟੀ ਵਾਸਤੇ 1000 ਹਾ ਬਲਕਿ ਲੱਖੂ ਖਾ ਏਕੜ ਦੀ ਜ਼ਮੀਨ ਨੂੰ ਬੈਰਨ ਛੱਡ ਕੇ, ਬਗੈਰ ਉਹਦਾ ਕੋਈ ਇੰਤਜ਼ਾਮੋ ਇੰਸਰਾਮ ਕੀਤਿਆਂ, ਬਗੈਰ ਕੋਈ ਉਹਦਾ ਪੁਰਸਾਨੇ ਹਾਲ ਨਹੀਂ ਉਸ ਜ਼ਮੀਨ ਦਾ, ਅਤੇ ਉਹ ਕਣਕਾਂ ਬਾਹਰੋਂ ਨਹੀਂ ਮੰਗਵਾਉਂਦੇ। ਉਹਨਾਂ ਦੀ ਲੀਡਰਸ਼ਿਪ ਆਪਣੀਆਂ ਰੋਜ਼ ਦੀਆਂ ਮੁਸੀਬਤਾਂ ਸਾਹਮਣੇ ਲੈ ਕੇ ਕੌਮ ਦੇ ਨਾਲ ਉਹ ਰਲ ਕੇ ਬਹਿੰਦੇ ਨੇ। ਇੱਥੇ ਰਲ ਰੋਲ ਕੇ ਬਹਿਣ ਵਾਲੀ ਗੱਲ ਕੋਈ ਨਹੀਂ, ਬੇਈਮਾਨਾਂ ਦੇ ਟੋਲੇ ਨੇ। ਔਰ ਹੁਣ ਜੱਥਿਆਂ ਦੇ ਵਿੱਚ ਅਤੇ ਮਫਾਦਾਤ